ਹੁਣ ਤਾਂ ਮੈਂ ਆ ਗਈ ਹਾਂ ਤਾਂ ਮੈਂ ਆ ਗਈ ਹਾਂ, ਉਹਦੇ 'ਚ ਤੁਸੀਂ ਕਿਸੇ ਨੂੰ ਵੀ ਕੋਈ ਵੀ ਡਾਊਟ ਕਰਨ ਦੀ ਲੋੜ ਨਹੀਂ ਹੈਗੀ। ਮੇਰੀ ਥਿੰਕਿੰਗ ਹੈ ਵੀ ਜਿਹੜੀ ਡਿਵੈਲਪਮੈਂਟ ਹੈ, ਜੇ ਆਪਾਂ ਉਹੀ ਨਹੀਂ ਕਰੀ, ਗੰਦਗੀ ਹੋ ਗਈ ਸ਼ਹਿਰ 'ਚ, ਪਾਣੀ ਇੰਨਾ ਘੁੰਮ ਰਿਹਾ ਹੈ, ਤਾਂ ਹੈਲਥ ਤਾਂ ਆਪਾਂ ਆਪ ਹੀ ਖਰਾਬ ਕਰ ਰਹੇ ਹਾਂ ਨਾ। ਸਮਝਾਉਣ ਨਾਲ ਨਹੀਂ ਹੋਣਾ। ਜੇ ਮੈਂ ਹੁਣ ਕਹਾਂ ਮੈਂ ਉਹਨਾਂ ਨੂੰ ਸਮਝਾ ਕੇ ਜੇ 10 ਸਾਲ 'ਚ ਨਹੀਂ ਹੋਈਆਂ ਚੀਜ਼ਾਂ, ਫਿਰ ਮੈਨੂੰ ਆਪ ਹੀ ਆਉਣਾ ਪਿਆ। ਪਹਿਲਾਂ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ, ਉੱਥੇ ਹੀ ਸਾਬਕਾ ਮੰਤਰੀ ਜੋ ਕਿ ਉਸ ਦੁਨੀਆ ਵਿੱਚ ਨਹੀਂ ਰਹੇ, ਕਰਮ ਸਿੰਘ ਗਿੱਲ, ਜੋ ਕਿ ਖੰਨਾ ਤੋਂ ਉਦਯੋਗਿਕ ਮੰਤਰੀ ਵੀ ਰਹੇ ਨੇ, ਉਹਨਾਂ ਦੀ ਬੇਟੀ ਨੇ ਖੰਨਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਜਲਦ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਾਂਗੇ ਕਿਸ ਪਾਰਟੀ ਵੱਲੋਂ ਲੜਨੀ ਹੈ ਜਾਂ ਫਿਰ ਆਜ਼ਾਦ ਚੋਣ ਲੜਨੀ ਹੈ, ਪਰ 100% ਚੋਣਾਂ ਲੜਾਂਗੀ। ਜਦ ਕਿ ਇਹਨਾਂ ਦੇ ਪਰਿਵਾਰ ਦਾ ਜਿਹੜਾ ਗੁਰਕੀਰਤ ਸਿੰਘ ਕੋਟਲੀ ਪਰਿਵਾਰ ਨਾਲ ਵੀ ਚੰਗੇ ਰਿਲੇਸ਼ਨ ਨੇ, ਤੇ ਇਹਨਾਂ ਦੇ ਜਿਹੜੇ ਭਰਾ ਨੇ ਰੁਪਿੰਦਰ ਸਿੰਘ ਰਾਜਾ ਗਿੱਲ, ਜੋ ਕਿ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਨੇ, ਤੇ ਹਲਕਾ ਸਾਹਨੇਵਾਲ ਤੋਂ ਵੀ ਆਪਣੀ ਟਿਕਟ ਦੀ ਮੰਗ ਕਰ ਰਹੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਜਿਹੜਾ ਅੱਜ ਉਹਨਾਂ ਨੇ ਪਾਰਟੀ ਜਿਹੜੀ ਛੱਡੀ ਆ, ਤੇ ਉਸ ਤੋਂ ਬਾਅਦ ਜਿਹੜਾ ਕਿਸੇ ਪਾਰਟੀ ਵੱਲ ਚੋਣ ਲੜਨ ਲਈ ਖੰਨੇ 'ਚ ਕਿਉਂ ਐਲਾਨ ਕਰ ਰਹੇ, ਕੀ ਕਰਨੇ ਜੀ ਤੁਹਾਡੇ? ਮੈਂ ਐਲਾਨ ਕਰ ਰਹੀ ਹਾਂ ਇੱਥੇ ਆਪਣੇ ਸ਼ਹਿਰ ਦੀ ਭਲਾਈ ਲਈ, ਲੋਕਾਂ ਦੀ ਭਲਾਈ ਲਈ। ਜਿਹੜੇ ਕੰਮ ਇੰਨੇ ਰੁਕੇ ਹੋਏ ਨੇ ਇੰਨੇ ਸਾਲਾਂ ਤੋਂ, ਉਹਨਾਂ ਨੂੰ ਵਾਪਸ ਚਲਾਉਣ ਲਈ। ਸਾਰਾ ਕੁਝ ਰੁਕਿਆ ਪਿਆ ਇੱਥੇ। ਸਭ ਜਿਹੜੇ ਵੀ ਪਹਿਲਾਂ ਕੈਂਡੀਡੇਟ ਆਏ ਜਾਂ ਸਭ ਆਪਣੇ ਆਪ 'ਚ ਲੱਗੇ ਹੋਏ ਨੇ। ਲੋਕਾਂ ਦੀ ਭਲਾਈ ਬਾਰੇ ਕਿਸੇ ਨੇ ਕੁਝ ਸੋਚਿਆ ਹੀ ਨਹੀਂ। ਮੈਂ ਆਪਣੇ ਫਾਦਰ ਨਾਲ ਪੂਰੇ ਉਹਨਾਂ ਦੀ ਮਿਨਿਸਟਰੀ ਦੇ ਟਾਈਮ ਪੂਰਾ ਪਾਰਟਿਸਿਪੇਟ ਕਰਿਆ ਹੈ। ਉਹਨਾਂ ਦੇ ਕੰਮ ਕਰਨ ਦਾ ਤਰੀਕਾ ਤਾਂ ਚਲੋ ਬਹੁਤ ਜ਼ਿਆਦਾ ਹੀ ਅੱਛਾ ਸੀ। ਜੇ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਮੈਚ ਕਰ ਗਏ, ਮੈਨੂੰ ਲੱਗਦਾ ਆਪਾਂ ਓਨੇ ਨਾਲ ਹੀ ਖੰਨੇ ਨੂੰ ਕਿਤੇ ਤੋਂ ਕਿਤੇ ਪਹੁੰਚਾ ਦਾਂਗੇ। ਸੋ ਮੇਰੀ ਕੋਸ਼ਿਸ਼ ਇਹੀ ਰਹੂਗੀ ਵੀ ਮੈਂ ਵਾਪਸ ਜਿਹੜੀ ਸ਼ਹਿਰ ਦੀ ਹਾਲਤ ਹੋਈ ਹੈ ਉਹਨੂੰ ਆਪਾਂ ਵਾਪਸ ਸੁਧਾਰੀਏ, ਰਲ ਮਿਲ ਕੇ ਸੁਧਾਰੀਏ। ਸਿਰਫ ਉਹ ਕੈਂਡੀਡੇਟ ਹੁਣ ਅੱਗੇ ਲੈ ਕੇ ਆਈਏ ਜਿਹੜੇ ਕਿ ਆਪਣੇ ਦਿਲੋਂ ਮਨੋਂ ਇਸ ਸ਼ਹਿਰ ਨਾਲ ਜੁੜਨਾ ਚਾਹੁੰਦੇ ਨੇ ਤੇ ਲੋਕਾਂ ਲਈ ਜੀਣਾ ਚਾਹੁੰਦੇ ਨੇ। ਆਪਣੇ ਆਪ 'ਚ ਤੇ ਮੈਂ 'ਚ ਜੀਣ ਵਾਲਿਆਂ ਤੋਂ ਆਪਾਂ ਬਾਹਰ ਨਿਕਲੀਏ। ਰਣਜੀਤ ਜੀ, ਗੱਲ ਕੀਤੀ ਜਾਵੇ, ਤੁਸੀਂ ਕਿਸ ਪਾਰਟੀ ਵੱਲੋਂ ਚੋਣ ਲੜੇਗਾ ਜਾਂ ਫਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਇੱਥੋਂ? ਪਾਰਟੀ ਆਪਾਂ ਥੋੜ੍ਹੇ ਹੀ ਦਿਨ ਬਾਕੀ ਨੇ, ਬਸ ਅਨਾਊਂਸ ਕਰ ਦਾਂਗੇ ਪਾਰਟੀ। ਤੇ ਹੁਣ ਤਾਂ ਮੈਂ ਆ ਗਈ ਹਾਂ ਤਾਂ ਮੈਂ ਆ ਗਈ ਹਾਂ, ਉਹਦੇ 'ਚ ਤੁਸੀਂ ਕਿਸੇ ਨੂੰ ਵੀ ਕੋਈ ਵੀ ਡਾਊਟ ਕਰਨ ਦੀ ਲੋੜ ਨਹੀਂ ਹੈਗੀ। ਕਿਉਂਕਿ ਜੇ ਕੋਈ ਕੰਮ ਕਰਨ ਆਉਣਾ ਚਾਹੁੰਦਾ ਨਾ, ਉਹਨੂੰ ਫਿਰ ਆਉਣਾ ਹੀ ਚਾਹੀਦਾ। ਉਹਨੂੰ ਪਾਰਟੀ ਦੀ ਤਾਂ ਚਲੋ ਆਪਣੀ ਗੱਲ ਉਹ ਚੰਗੀ ਤਰ੍ਹਾਂ ਬੜੀ ਡੀਪਲੀ ਚੱਲ ਰਹੀ ਹੈ। ਬਸ ਅਨਾਊਂਸਮੈਂਟ ਆਪਾਂ ਵੇਟ ਕਰ ਰਹੇ ਹਾਂ ਥੋੜ੍ਹੇ ਜਿਹੇ ਦਿਨਾਂ ਦੀ, ਉਹ ਆਪਾਂ ਨੈਕਸਟ ਪ੍ਰੈਸ ਕਾਨਫਰੰਸ 'ਚ ਕਲੀਅਰ ਹੋ ਜਾਊਗਾ ਆਪਾਂ ਨੂੰ। ਬਟ ਜਿਹੜਾ ਹੁਣ ਤੱਕ ਦੇ ਵਹਿਮ ਭਰਮ ਸੀ 15 ਦਿਨਾਂ ਦੇ ਲੋਕਾਂ 'ਚ, ਉਹ ਅੱਜ ਮੇਰੇ ਖਿਆਲ 'ਚ ਤੁਹਾਡੇ ਸਾਰਿਆਂ ਦੇ ਕਲੀਅਰ ਹੋ ਜਾਣੇ ਚਾਹੀਦੇ ਨੇ, ਹੈ ਨਾ। ਸੋ ਬਾਕੀ ਅਗਲਾ ਅਨਾਊਂਸਮੈਂਟ ਆਪਾਂ ਕਰ ਹੀ ਦੇਵਾਂਗੇ। ਰਣਜੀਤ ਜੀ, ਗੱਲ ਕੀਤੀ ਜਾਵੇ, ਤੁਹਾਡੇ ਜਿਹੜੇ ਬ੍ਰਦਰ ਨੇ ਉਹ ਕਾਂਗਰਸ ਦੇ ਵਿੱਚ ਹੈਗੇ ਨੇ ਹੁਣ ਵੀ, ਤੇ ਉਹ ਸਾਹਨੇਵਾਲ ਹਲਕੇ ਤੋਂ ਟਿਕਟ ਮੰਗ ਰਹੇ ਨੇ। ਉੱਥੇ ਹੀ ਜਿਹੜਾ ਤੁਹਾਡੇ ਪਰਿਵਾਰਕ ਰਿਲੇਸ਼ਨ ਨੇ, ਗੁਰਕੀਰਤ ਸਿੰਘ ਕੋਟਲੀ ਜੋ ਕਿ ਹੁਣ ਉਦਯੋਗਿਕ ਮੰਤਰੀ ਬਣੇ ਨੇ, ਤੁਹਾਡੇ ਫਾਦਰ ਵੀ ਉਦਯੋਗਿਕ ਮੰਤਰੀ ਰਹੇ ਨੇ ਖੰਨੇ ਤੋਂ, ਤੇ ਇਹਨਾਂ ਦਾ ਮੁਕਾਬਲਾ ਤੁਸੀਂ ਕਿਸ ਤਰ੍ਹਾਂ ਕਰੋਗੇ? ਜਾਂ ਫਿਰ ਜੇ ਤੁਹਾਡੇ ਤੇ ਦਬਾਅ ਪਾਇਆ ਜਾਂਦਾ ਤੁਸੀਂ ਚੋਣ ਪਿੱਛੇ ਹਟ ਜਾਏਗੇ? ਜਾਂ ਜੀ ਦਬਾਅ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਇਹਨਾਂ ਦਾ ਮੁਕਾਬਲਾ ਇਹ ਹੁੰਦਾ ਵੀ ਕੰਮ ਕਰਨ। ਜਦ ਮੈਂ ਆਉਂਗੀ, ਮੇਰੇ ਸ਼ਹਿਰ ਨੇ ਮੈਨੂੰ ਜੇ ਅੱਜ ਇੰਨੀ ਜ਼ਿਆਦਾ ਵੈਲਕਮ ਕਰੀ ਹੈ, ਤੇ ਹੁਣ ਤਾਂ ਆਪਣਾ ਕੰਮ ਸ਼ੁਰੂ ਹੈ। ਆਪਾਂ ਜਦ ਕੰਮ ਕਰਨੇ ਨੇ, ਕੋਈ ਦਬਾਅ ਨਹੀਂ ਮੈਨੂੰ ਰੋਕ ਸਕਦਾ। ਕੋਈ ਵੀ ਬੰਦਾ, ਕੋਈ ਪ੍ਰੈਸ਼ਰ, ਕੋਈ ਚੀਜ਼ ਮੈਨੂੰ ਰੋਕ ਨਹੀਂ ਸਕਦੀ। ਜੇ ਦਬਾਅ ਪਾਉਣ ਦੀ ਹਿੰਮਤ ਰੱਖਦੇ ਸੀ ਤਾਂ ਪਹਿਲਾਂ ਸੰਭਾਲ ਲੈਂਦੇ, ਹੈ ਨਾ। ਸੋ ਕੋਈ ਇੱਕ ਮੈਂਬਰ ਨਹੀਂ ਕਰ ਸਕਿਆ, ਹੁਣ ਮੈਂ ਆ ਗਈ, ਮੈਂ ਕਰ ਲੈਂਦੀ ਹਾਂ। ਮੇਰੇ ਫਾਦਰ ਨੇ ਇੰਨਾ ਕੁਛ ਕਰਿਆ ਹੋਇਆ ਸੀ, ਆਪਾਂ ਜੇ ਉਹਨੂੰ ਨਹੀਂ ਸੰਭਾਲ ਸਕੇ ਫਿਰ ਕੀ ਹੋ ਗਿਆ, ਮੈਂ ਕਰ ਲੈਂਦੀ ਹਾਂ ਹੁਣ ਆ ਕੇ, ਹੈ ਨਾ। ਸੋ ਉਹ ਚੀਜ਼ਾਂ ਸਾਰੀਆਂ ਆ ਕੇ ਇੱਕ ਗੇਮ 'ਤੇ ਖ਼ਤਮ ਹੋ ਗਈਆਂ। ਵੀ ਜਿਹੜੇ ਬੱਚੇ ਜਿਹੜੇ ਯੰਗ ਕਰਨਾ ਚਾਹੁੰਦੇ ਨੇ, ਮੈਨੂੰ ਉਹ ਕਮਲਜੀਤ ਬਾਰੇ ਸੁਣ ਕੇ ਬੜਾ ਲੱਗਦਾ ਵੀ ਜਿਹੜੇ ਮੁੰਡੇ ਆ ਕੇ ਮੂਹਰੇ ਕੰਮ ਕਰਨ ਵਾਲਿਆਂ ਨੂੰ ਤਾਂ ਦਬਾਇਆ ਜਾ ਰਿਹਾ। ਆਪਾਂ ਕੰਮ ਕਰਨ ਵਾਲਿਆਂ ਨੂੰ ਉਠਾਉਣਾ ਤਾਂ ਹੀ ਸ਼ਹਿਰ ਸੁਧਰੂਗਾ ਨਾ। ਐਂ ਤਾਂ ਨਹੀਂ ਸੁਧਰਨਾ ਹੈਗਾ ਵੀ ਆਪਾਂ ਜਿਹੜਾ ਵੀ ਉੱਠਣ ਲੱਗਦਾ ਉਹਨੂੰ ਬਿਠਾ ਦਈਏ, ਜਿਹੜਾ ਉੱਠਣ ਲੱਗਦਾ ਉਹਨੂੰ ਬਿਠਾ ਦਈਏ। ਹੁਣ ਉਹੀ ਚੀਜ਼ ਮੈਂ ਕਰਦਾ ਆਪਣੇ ਸ਼ਹਿਰ ਨਾਲ, ਵੀ ਮੈਂ ਉੱਠਣ ਲੱਗੀ ਸੀ, ਮੈਨੂੰ ਉਹਨਾਂ ਨੇ ਦਬਾਤਾ, ਬਿਠਾਤਾ ਨਹੀਂ। ਹੁਣ ਤਾਂ ਮੈਂ ਆ ਗਈ ਸ਼ਹਿਰ 'ਚ। ਮੈਂ ਆਪਣੀ ਫੈਮਿਲੀ ਤੋਂ ਪੂਰੀ ਸਪੋਰਟ ਲੈ ਕੇ, ਪੂਰੀ ਹਿੰਮਤ ਲੈ ਕੇ ਆਈ ਹਾਂ। ਸਾਰਿਆਂ ਦਾ ਪਿਆਰ ਦੇ ਨਾਲ ਹੀ ਇਹ ਪੋਸੀਬਲ ਹੈ। ਸਭ ਤੋਂ ਪਿਆਰ ਮੰਗਣ ਆਈ ਹਾਂ ਆਪਣੇ ਸ਼ਹਿਰ 'ਚ। ਮੈਨੂੰ ਸਿਰਫ ਪਿਆਰ ਅਤੇ ਰਿਸਪੈਕਟ ਚਾਹੀਦਾ। ਮੇਰੀ ਡੈਡੀਕੇਸ਼ਨ ਪੂਰੀ ਮੇਰੇ ਸ਼ਹਿਰ ਨਾਲ ਹਮੇਸ਼ਾ ਰਹੂਗੀ। ਤੁਸੀਂ ਜਿਹੜੀ ਖੰਨੇ ਦੀ ਚੋਣ ਲੜेंगे, ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਲੜेंगे? ਉਹ ਮੇਨ ਤਾਂ ਦੇਖੋ ਸਭ ਤੋਂ ਉੱਪਰ ਆਹੀ ਹੈਗੀ ਆਪਣੀ ਹੈਲਥ, ਐਜੂਕੇਸ਼ਨ। ਪਹਿਲਾਂ ਤਾਂ ਮੇਨ ਹੀ ਨਹੀਂ ਪੂਰੇ ਹੋਏ ਉਰੇ, ਆਪਾਂ ਅੱਗੇ ਕਿੱਥੇ ਜਾਵਾਂਗੇ? ਡਿਵੈਲਪਮੈਂਟ ਅਤੇ ਹੈਲਥ ਤਾਂ ਮਿਕਸਡ ਹੈ। ਜੋ ਮੇਰੀ ਥਿੰਕਿੰਗ ਹੈ ਵੀ ਜਿਹੜੀ ਡਿਵੈਲਪਮੈਂਟ ਹੈ, ਜੇ ਆਪਾਂ ਉਹੀ ਨਹੀਂ ਕਰੀ, ਗੰਦਗੀ ਹੋ ਗਈ ਸ਼ਹਿਰ 'ਚ, ਪਾਣੀ ਇੰਨਾ ਘੁੰਮ ਰਿਹਾ, ਤਾਂ ਹੈਲਥ ਤਾਂ ਆਪਾਂ ਆਪ ਹੀ ਖਰਾਬ ਕਰ ਰਹੇ ਹਾਂ ਨਾ। ਸੋ ਉਹ ਚੀਜ਼ਾਂ ਨੂੰ ਆਪਾਂ ਸਭ ਤੋਂ ਪਹਿਲਾਂ ਆਪਣੀ ਇਹ ਚੀਜ਼ਾਂ ਸੰਭਾਲ ਕੇ ਫਿਰ ਲੱਗਾਂਗੇ। ਬਾਕੀ ਤਾਂ ਮੈਨੂੰ ਦੇਖੋ ਸਾਰਿਆਂ ਨੇ ਮੇਰੇ ਨਾਲ ਲੱਗਣਾ।
ਤਾਂ ਹੀ ਮੈਂ ਕਹਿ ਰਹੀ ਹਾਂ ਨਾ ਵੀ ਇਹ ਆਪਾਂ ਬਣਨ ਆਈ ਹਾਂ, ਮੈਂ ਇੱਥੇ ਮੈਂ ਬਣਨ ਨਹੀਂ ਆਈ, ਕਿਉਂਕਿ ਮੈਨੂੰ ਹੋਰ ਜ਼ਿਆਦਾ ਪਤਾ ਲੱਗੂਗਾ, ਆਪਾਂ ਹੋਰ ਚੀਜ਼ਾਂ ਕੱਢ ਕੇ ਲਿਆਵਾਂਗੇ। ਛੋਟੇ ਛੋਟੇ ਟਿਪਸ ਹੁੰਦੇ ਨੇ, ਉਹ ਤੁਹਾਡਾ ਵੀ ਬਹੁਤ ਵਧੀਆ ਹੋ ਸਕਦਾ, ਉਹ ਕਿਸੇ ਹੋਰ ਦਾ ਵੀ ਬਹੁਤ ਵਧੀਆ ਹੋ ਸਕਦਾ, ਬਟ ਉਹਨੂੰ ਜੇ ਉਹਦੇ ਨਾਲ ਸ਼ਹਿਰ ਦਾ ਫਾਇਦਾ ਹੁੰਦਾ, ਉਹਨੂੰ ਪਕੜੋ, ਉਹਨੂੰ ਅਪਣਾਓ, ਉਹਨੂੰ ਲਗਾਓ। ਰਣੀ ਜੀ, ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਹੁਣ ਹੀ ਤੁਹਾਨੂੰ ਇਲੈਕਸ਼ਨਾਂ ਦੇ ਕੋਲ ਜਾ ਕੇ ਕਿਉਂ ਯਾਦ ਆਇਆ ਵੀ ਤੁਸੀਂ ਖੰਨੇ ਤੋਂ ਚੋਣ ਲੜਨੀ ਆ? ਪਹਿਲਾਂ ਕਿਉਂ ਨਹੀਂ ਸ਼ਹਿਰ ਦੇ ਬਾਰੇ ਸੋਚਣ ਲਈ ਪੁੱਛਿਆ? ਕਿਉਂਕਿ ਪਹਿਲਾਂ ਮੈਂ ਇਹੀ ਦੱਸ ਰਹੀ ਹਾਂ ਵੀ ਮੈਂ ਪਿਛਲੇ 1 ਸਾਲ ਤੋਂ ਬਹੁਤ ਜ਼ਿਆਦਾ, ਮੈਂ ਸੱਚੀ ਕਹਿ ਰਹੀ ਹਾਂ, ਮੈਂ ਇਸ ਚੀਜ਼ ਲਈ ਮੈਂ ਉੱਥੇ ਕਿਹਾ ਸੌਰੀ ਵੀ ਮੰਗਦੀ ਹਾਂ ਵੀ ਮੈਂ ਬਿਲਕੁਲ ਆਊਟ ਆਫ ਟੱਚ ਰਹੀ ਹਾਂ। ਪਰ ਮੈਂ 1 ਸਾਲ ਤੋਂ ਹੁਣ ਇੰਨਾ ਪੜ੍ਹਿਆ, ਇੰਨਾ ਕਰਿਆ, ਫਿਰ ਮੈਨੂੰ ਆ ਕੇ ਲੱਗਿਆ ਵੀ ਜਿਹੜੇ ਪਿਛਲੇ 4 ਮਹੀਨੇ ਸੀ ਉਹਦੇ 'ਚ ਹੋਰ ਜ਼ਿਆਦਾ ਮੇਰਾ ਕੰਮ ਸ਼ੁਰੂ ਹੋ ਗਿਆ ਵੀ ਇਹ ਕੀ ਚੀਜ਼ਾਂ ਨੇ। ਫਿਰ ਮੈਨੂੰ ਲੱਗਿਆ ਸਮਝਾਉਣ ਨਾਲ ਨਹੀਂ ਹੋਣਾ। ਜੇ ਮੈਂ ਹੁਣ ਕਹਾਂ ਮੈਂ ਉਹਨਾਂ ਨੂੰ ਸਮਝਾ ਕੇ, ਜੇ 10 ਸਾਲ 'ਚ ਨਹੀਂ ਹੋਈਆਂ ਚੀਜ਼ਾਂ, ਫਿਰ ਮੈਨੂੰ ਆਪ ਹੀ ਆਉਣਾ ਪਿਆ। ਮੇਰੇ ਕਹੇ ਤੁਹਾਨੂੰ ਚੀਜ਼ ਸਮਝ ਨਹੀਂ ਆਈ ਜਾਂ ਤੁਸੀਂ ਨਹੀਂ ਕਰ ਪਾ ਰਹੇ, ਫਿਰ ਮੈਨੂੰ ਆਪ ਕਰਕੇ ਦੇਖਣ 'ਚ ਮੈਨੂੰ ਲੱਗਦਾ ਮੈਨੂੰ ਕਰਕੇ ਜ਼ਿਆਦਾ ਮਜ਼ਾ ਆਊਗਾ ਵੀ ਮੈਂ ਹੁਣ ਕਰਾਂ। ਨਾਲੇ ਉਹਨਾਂ ਨੂੰ ਪਤਾ ਲੱਗੇ ਨਾ ਵੀ ਹੋ ਸਕਦਾ ਸੀ, ਅਸੀਂ ਕੋਸ਼ਿਸ਼ ਨਹੀਂ ਕਰੀ। ਸੋ ਮੈਂ ਕੋਸ਼ਿਸ਼ ਕਰਨ ਆ ਰਹੀ ਹਾਂ, ਸਪੋਰਟ ਮੈਨੂੰ ਸਾਰਿਆਂ ਦੀ ਮਿਲੂਗੀ। ਤਾਂ ਮੈਨੂੰ ਇਹ ਦੱਸੋ, ਕੋਸ਼ਿਸ਼ ਨਾਲ ਕਿਹੜੇ ਹੱਲ ਨਹੀਂ ਦੁਨੀਆ 'ਚ ਹੁੰਦੇ। ਜੇ ਤੁਸੀਂ ਇੱਥੋਂ ਤੇ ਇੱਥੋਂ ਕੁਝ ਕਰਨਾ ਚਾਹੁੰਦੇ ਹੋ ਨਾ, ਫਿਰ ਉਹ ਹੋ ਜਾਂਦਾ। ਕਹਿੰਦੇ ਹੁੰਦੇ ਜਦੋਂ ਅੱਖਾਂ ਖੁੱਲ੍ਹਣ ਉਦੋਂ ਹੀ ਸਵੇਰਾ। ਹੁਣ ਇਹ ਨਾ ਹੋਵੇ ਵੀ ਮੈਂ ਹੋਰ 2-4 ਸਾਲ ਨੂੰ ਇੰਨੀ ਗਿਲਟ 'ਚ ਚਲੀ ਜਾਵਾਂ ਵੀ ਮੈਂ ਬੋਲਦੀ ਰਹੀ, ਕੁਝ ਕਰਕੇ ਤਾਂ ਦਿਖਾਇਆ ਨਹੀਂ, ਮੇਰਾ ਅੰਦਰ ਬੈਠ ਕੇ ਬੋਲਣ ਤੱਕ। ਫਿਰ ਮੈਨੂੰ ਹੁਣ ਕਰਨਾ, ਕਰਕੇ ਦੇਖ ਲਈਏ। ਮੈਂ ਗਿਲਟ 'ਚ ਵਾਪਸ ਨਹੀਂ ਜਾਣਾ ਚਾਹੁੰਦੀ। ਸੋ ਇਹੀ ਹੈ। ਰਣੀ ਜੀ, ਜੇ ਇਲੈਕਸ਼ਨ ਦੇ ਵਿੱਚ ਗੱਲ ਕਰਦੇ, ਤੁਸੀਂ ਕਹਿੰਦੇ 15 ਦਿਨ ਤੱਕ ਪਾਰਟੀ ਨਾਲ ਜਲਦੀ ਪਈ ਹੈ ਕਿਸੇ ਨਾਲ ਗੱਲਬਾਤ, ਕਿ ਕਿਹੜੀ ਪਾਰਟੀ ਹੋ ਸਕਦੀ ਹੈ? ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਜੋ ਕਹਿੰਦੇ ਨੇ ਉਹ ਧੜਾ ਬਣਾ ਕੇ ਚੋਣ ਲੜਨਗੇ, ਜਾਂ ਕੁਝ ਉਹਨਾਂ ਨਾਲ ਜਾਣ ਦੀ ਤਿਆਰੀ, ਜਾਂ ਫਿਰ ਆਪ ਦੇ ਵਿੱਚ ਤੁਸੀਂ ਜਿਹੜੀ ਚੋਣ ਲੜਨ ਲਈ ਤੁਹਾਡੀ ਗੱਲ ਆਪ ਵੀ ਹੋ ਸਕਦੀ ਹੈ, ਕੋਈ ਵੀ ਹੋ ਸਕਦੀ ਹੈ, ਬਟ ਪਾਰਟੀ ਹੋਊਗੀ ਕੋਈ ਨਾ ਵੀ ਹੋਈ। ਜਦ ਮੈਂ ਆਪਣੇ ਭੈਣ ਭਰਾਵਾਂ ਨਾਲ ਕੇ ਖੜ ਗਈ, ਜਿਹੜੇ ਡਟ ਕੇ ਮੇਰੇ ਨਾਲ ਖੜੇ ਨੇ, ਤੁਸੀਂ ਸਾਰੇ ਖੜੇ ਹੋ, ਤਾਂ ਮੈਂ ਖੜੀ ਹਾਂ। ਆਪਾਂ ਖੜੇ ਹਾਂ ਹੁਣ ਆਪਾਂ ਕੰਮ ਕਰਨਾ। ਪਾਰਟੀ ਅਨਾਉਂਸਮੈਂਟ ਵੀ ਹੋ ਜੂਗੀ, ਨਹੀਂ ਤਾਂ ਫਿਰ ਵੀ ਮੈਂ ਖੜੀ ਹਾਂ। ਮੈਂ ਤਾਂ ਹੁਣ ਸ਼ਹਿਰ ਲਈ ਆਪਣੇ ਆਪ ਨੂੰ ਡੈਡੀਕੇਟ ਕਰਤਾ। ਤੁਸੀਂ ਆਪਣੇ ਪਰਿਵਾਰ ਨਾਲ ਕਿਵੇਂ ਲੜਾਈ ਕਰੋਗੇ? ਇੱਕ ਪਾਸੇ ਗੁਰਕੀਰਤ ਸਿੰਘ ਕੋਟਲੀ ਤੁਹਾਡੇ ਪਰਿਵਾਰਕ ਰਿਲੇਸ਼ਨ, ਤੇ ਉਧਰ ਹੀ ਤੁਹਾਡੇ ਰਾਜਾ ਗਿੱਲ ਜਿਹੜੇ ਬ੍ਰਦਰ ਨੇ ਉਹ ਕਾਂਗਰਸ ਤੋਂ ਇੱਥੇ ਹੈਗੇ ਨੇ, ਉਹਨਾਂ ਨਾਲ ਹੀ ਉਹ ਪੂਰਾ ਵਰਕ ਕਰਦੇ ਨੇ। ਤੁਸੀਂ ਆਪਣੇ ਪਰਿਵਾਰ ਨਾਲ ਕਿਵੇਂ ਲੜਾਈ ਲੜੋਗੇ? ਉਧਰ ਰਾਜਾ ਗਿੱਲ, ਉੱਥੋਂ ਗੁਰਕੀਰਤ ਕੋਟਲੀ ਜੀ ਨਾਲ। ਮੈਨੂੰ ਇੱਕ ਚੀਜ਼ ਦੱਸੋ, ਆਪਣਾ ਤੁਸੀਂ ਜਿਵੇਂ ਕਹਿ ਰਹੇ ਹੋ ਇੰਨੀ ਲੇਟ ਕਿਉਂ? ਇੱਕ ਤਾਂ ਮੈਂ ਆਲਰੇਡੀ ਲੇਟ ਹਾਂ। ਹੁਣ ਮੈਂ ਆਪਣੀ એનર્ਜੀ ਇੱਧਰ ਉੱਧਰ ਵੇਸਟ ਨਹੀਂ ਕਰਨਾ ਚਾਹੁੰਦੀ। ਆਪਾਂ એનર્ਜੀ ਕਿਉਂ ਵੇਸਟ ਕਰਨੀ ਹੈ? ਜਿਹੜਾ ਠੀਕ ਕੰਮ ਕਰੂਗਾ ਉਹ ਆ ਜਾਊਗਾ, ਹੈ ਨਾ। ਆਪਾਂ ਕੰਮ ਕਰਨੇ ਨੇ, ਆਪਾਂ ਉਹਨਾਂ ਨੂੰ ਜੋ ਠੀਕ ਲੱਗਦਾ ਹੈ ਉਹਨਾਂ ਨੇ ਕਰਨਾ ਚਾਹੀਦਾ ਸੀ, ਹੁਣ ਤੱਕ ਨਹੀਂ ਹੋਇਆ, ਹੁਣ ਮੈਂ ਕਰਨੀ ਹੈ। ਸੋ ਕਿਵੇਂ ਲੜੋਗੇ? ਵਾਲੇ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਨਾਲ ਤਾਂ ਸਾਰਾ ਖੰਨਾ ਖੜਾ ਹੈ, ਜਿਨ੍ਹਾਂ ਨੂੰ ਲੱਗਦਾ, ਜੇ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ ਉਰੇ ਹੋਣੀ ਚਾਹੀਦੀ ਸੀ, ਕਰ ਸਕਦੇ ਸੀ, ਨਹੀਂ ਹੋਈ, ਫਿਰ ਹੁਣ ਮੌਕਾ ਹੈਗਾ। ਕਰਨ ਵਾਲੇ ਆ ਰਹੇ ਨੇ, ਹੁਣ ਮੌਕਾ ਦੇਣ, ਕਰਨ ਵਾਲਿਆਂ ਨੂੰ ਦੇਣ। ਸਮਝ ਗਏ? ਹੁਣ ਆਪਾਂ ਉਧਰ ਨੂੰ ਚੱਲੀਏ ਵੀ ਆਪਾਂ ਕੰਮਾਂ ਵੱਲ ਨੂੰ ਤੁਰੀਏ, ਆਪਾਂ ਆਪਣੀ ਸਾਰੀ એનર્ਜੀ ਤਾਕਤ ਬਣਾ ਕੇ ਇੱਧਰ ਨੂੰ ਰੱਖੀਏ। ਰਣੀ ਜੀ, ਗੱਲ ਕੀਤੀ ਜਾਵੇ ਜੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਟਿਕਟ ਰਾਜਾ ਗਿੱਲ ਨੂੰ ਹੀ ਖੰਨੇ ਦੀ ਦੇ ਦਿੱਤੀ ਜਾਂਦੀ, ਇੱਥੇ ਕਿਵੇਂ ਭੈਣ ਭਰਾ ਦੇ ਤੁਸੀਂ ਆਪਣੀ ਇਲੈਕਸ਼ਨ ਲੜੇਗੇ? ਦੋਨੇ ਲੜਾਈ ਲੜ ਸਕਦੇ ਹੋ ਜਾਂ ਨਹੀਂ? ਮੈਂ ਜੇ ਆ ਗਈ ਨਾ, ਹੁਣ ਮੈਂ ਪਿੱਛੇ ਨਹੀਂ ਹਟੂੰਗੀ। ਮੈਂ ਝੂਠ ਬੋਲਣਾ, ਧੋਖਾ ਦੇਣ ਵਾਲਿਆਂ 'ਚ ਨਹੀਂ ਹੈਗੀ। ਜੇ ਮੈਂ ਅੱਜ ਆਈ ਹਾਂ, ਮੈਂ ਪਿਛਲੀ ਵਾਰੀ ਵੀ ਪੂਰਾ ਸੋਚ ਸਮਝ ਕੇ ਆਈ ਸੀ, ਅੱਜ ਵੀ ਪੂਰਾ ਸੋਚ ਸਮਝ ਕੇ ਆਈ ਹਾਂ। ਉਹਦੀ ਤੁਸੀਂ ਬਿਲਕੁਲ ਵੀ ਦੋ ਰਾਏ ਹੁਣ ਹੈ ਨਹੀਂ ਗੀ, ਕਿਉਂਕਿ ਮੇਨ ਚੀਜ਼ ਤਾਂ ਇਹੀ ਹੈ ਵੀ ਪੋਲੀਟਿਕਸ 'ਚ ਆਉਣਾ, ਪੈਸਾ ਕਮਾਉਣਾ, ਕਿ ਇੱਥੋਂ ਜੁੜਨਾ ਤੇ ਕੰਮ ਕਰਨਾ। ਮੈਂ ਹੁਣ ਜੇ ਮੈਂ ਕਹਾਂ ਮੈਨੂੰ ਤਾਂ ਜੀ ਪੋਲੀਟਿਕਸ 'ਚ ਹੀ ਆਉਣਾ, ਮੈਨੂੰ ਜਲੰਧਰ ਦੀ ਟਿਕਟ ਦੇ ਦਿਓ, ਮੈਨੂੰ ਉੱਥੋਂ ਦੀ ਦੇ ਦਿਓ, ਮੈਨੂੰ ਉੱਥੋਂ ਦੀ ਦੇ ਦਿਓ, ਮੈਂ ਪੋਲੀਟਿਕਸ 'ਚ ਆਉਣਾ, ਬਟ ਮੈਂ ਕੰਮ ਕਰਨਾ, ਮੈਂ ਸੱਚੀ ਕੰਮ ਕਰਨਾ। ਸੋ ਇੱਕ ਦੂਜੇ ਦਾ ਹੱਥ ਫੜ ਕੇ ਕਰਨਾ, ਲੋਕਾਂ ਦਾ ਹੱਥ ਫੜ ਕੇ ਕਰਨਾ, ਕਿਉਂਕਿ ਜੋ ਉਰੇ ਰਹਿਣ ਵਾਲਿਆਂ ਦੀ ਫੀਲ ਹੈ ਨਾ, ਉਹ ਫੀਲ ਜਿੰਨੀ ਉਹ ਦੱਸ ਸਕਦੇ ਨੇ, ਉਹ ਕੋਈ ਹੋਰ ਨਹੀਂ ਸਮਝ ਸਕਦਾ। ਤੁਸੀਂ ਇਲਾਕੇ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਨੇ ਆਪਣੀਆਂ ਸ਼ੁਰੂ ਕਰ ਦਿੱਤੀਆਂ, ਜਾਂ ਪਿੰਡਾਂ ਦੀ ਗੱਲ ਹੋਵੇ ਜਾਂ ਸ਼ਹਿਰ ਦੇ ਵਿੱਚ ਜਿਹੜੇ ਟਕਸਾਲੀ ਕਾਂਗਰਸੀ ਨੇ, ਕਈ ਤੁਹਾਡੇ ਨਾਲ ਵੀ ਬੈਠੇ ਸੀ, ਤੜਫੇ ਬੈਠੇ ਨੇ ਵੀ ਕੰਮ ਨਹੀਂ ਹੋ ਰਹੇ, ਉਹਨਾਂ ਲਈ ਕਿਵੇਂ ਕਰੋਗੇ ਤੁਸੀਂ? ਨਹੀਂ, ਆਪਾਂ ਸਾਰਾ ਕਰਾਂਗੇ, ਸਾਰਿਆਂ ਦੀ ਗਾਈਡੈਂਸ ਨਾਲ ਹੀ ਚੱਲਾਂਗੇ। ਗਾਈਡੈਂਸ ਉਹ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਬਹੁਤ ਕੁਝ ਸਿਖਾ ਜਾਂਦੀ ਹੈ, ਉਹਦੇ ਨਾਲ ਤੁਸੀਂ ਸਟੈਪ ਫੋਲੋ ਕਰਦੇ ਜਾਓ। ਬਸ ਇੱਕ ਜਜ਼ਬਾ ਨਹੀਂ ਖਤਮ ਹੋਣ ਦੇਣਾ ਵੀ ਮੈਂ ਕੰਮ ਕਰਨਾ ਹੈ। ਉਹ ਗਾਈਡੈਂਸ ਸਹੀ ਮਿਲੇਗੀ, ਕੰਮ ਹੋ ਹੀ ਜਾਣੇ ਨੇ। ਸ਼ਹਿਰ 'ਚ ਆਪਣਾ ਹੋ ਗਿਆ, ਹੁਣ ਪਿੰਡਾਂ ਵੱਲ ਸਟਾਰਟ ਹੋ ਰਿਹਾ। ਬਸ ਹੁਣ ਤੋਂ ਬਾਅਦ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਣਾ, ਮਿਹਨਤ ਪੂਰੀ ਕਰਨੀ ਹੈ। ਜ਼ਰੂਰੀ ਨਹੀਂ ਹੁੰਦਾ, ਕੋਈ ਬੰਦਾ ਇਹੋ ਜਿਹਾ ਹੁੰਦਾ 10 ਸਾਲ 'ਚ ਨਹੀਂ ਕੁਝ ਕਰ ਸਕਿਆ, ਜਿਹਨੇ ਕਰਨਾ ਉਹਨੇ ਕਈ ਵਾਰੀ 10 ਮਹੀਨਿਆਂ 'ਚ ਕਰਕੇ ਦਿਖਾ ਦੇਣਾ।
ਸੋ ਮੈਨੂੰ ਤੁਸੀਂ ਬਲੇਸਿੰਗਸ ਦਿਓ ਬਸ ਆਪਣੀਆਂ। ਸੋ ਰਾਣੀ ਜੀ ਤੁਹਾਡਾ ਬਹੁਤ ਧੰਨਵਾਦ, ਪਰ ਅਸੀਂ ਆਸ ਕਰਾਂਗੇ ਵੀ ਤੁਸੀਂ ਇੱਥੋਂ ਚੋਣ ਲੜੋ ਵੀ ਤੇ ਜਿੱਤੋ ਵੀ, ਕਿਉਂਕਿ ਪਰਮਾਤਮਾ ਤੁਹਾਡਾ ਨਾ ਰਹੇ। ਅਸੀਂ ਇੱਥੇ ਰਾਣੀ ਰਮਨੀਕ ਜੀ ਨਾਲ ਗੱਲਬਾਤ ਕੀਤੀ ਸੀ, ਜੋ ਕਿ ਕਰਮ ਸਿੰਘ ਗਿੱਲ ਦੇ ਮੰਤਰੀ ਦੇ ਬੇਟੇ ਨੇ। ਉਹਨਾਂ ਨੇ ਕਿਹਾ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਚਾਹੇ ਉਹਨਾਂ ਦਾ ਬ੍ਰਦਰ ਰਾਜਾ ਗਿੱਲ ਹੀ ਕਾਂਗਰਸ ਤੋਂ ਚੋਣ ਨਾ ਲੜੇ, ਮੈਂ ਇੱਥੋਂ ਚੋਣ ਲੜਨੀ ਆ ਤੇ ਲੋਕਾਂ ਦੇ ਕੰਮ ਕਰਨੇ ਨੇ ਤੇ ਕੰਮ ਕਰਕੇ ਹੀ ਰਹਾਂਗੀ। ਤੇ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਚਾਹੇ ਮੈਨੂੰ ਕਿਸੇ ਵੀ ਪਾਰਟੀ ਤੋਂ ਟਿਕਟ ਮਿਲੇ ਜਾਂ ਨਾ ਮਿਲੇ, ਮੈਂ ਆਜ਼ਾਦ ਵੀ, ਚਾਹੇ ਮੈਨੂੰ ਭਾਵੇਂ ਚੋਣਾਂ ਲੜਨੀਆਂ ਪੈਣ, ਮੈਂ ਚੋਣਾਂ ਲੜਨੀਆਂ ਨੇ। ਗੁਰਕੀਰਤ ਸਿੰਘ ਕੋਟਲੀ ਚਾਹੇ ਇੱਥੋਂ ਲੜੇ, ਚਾਹੇ ਰਾਜਾ ਗਿੱਲ ਲੜੇ, ਮੈਂ ਉਹਨਾਂ ਦੇ ਖਿਲਾਫ ਚੋਣ ਲੜਨ ਲਈ ਇੱਥੇ ਆ ਗਈਆਂ ਤਾਂ ਆ ਚੁੱਕੀਆਂ ਤੇ ਚੋਣਾਂ ਲੜ ਕੇ ਹੀ ਰਹਾਂਗੇ। ਹੁਣ ਇਹ ਦੇਖਣਾ ਹੋਵੇ ਕਿ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਸ਼ੁਰੂ ਹੋਇਆ, ਉੱਥੇ ਹੀ ਵੀ ਇਹ ਆਪ ਵੱਲੋਂ ਚੋਣ ਲੜਦੇ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਕੋਈ ਪਾਰਟੀ ਬਣਾਉਣਗੇ ਉਹਨਾਂ ਵੱਲੋਂ ਚੋਣ ਲੜਨਗੇ। ਇਹਨਾਂ ਨੇ ਕਿਹਾ ਕਿ 15 ਦਿਨ ਦੇ ਵਿੱਚ ਮੈਂ ਪਾਰਟੀ ਵੀ ਅਨਾਉਂਸ ਕਰ ਦੂੰਗੀ ਕਿਸ ਪਾਰਟੀ ਵੱਲੋਂ ਮੈਂ ਇੱਥੋਂ ਟਿਕਟ ਲੜਨੀ ਹੈ ਤੇ ਚੋਣ ਲੜ ਕੇ ਇੱਥੋਂ ਮੈਂ ਜਿੱਤਣਾ ਵੀ ਹੈ ਤੇ ਲੋਕਾਂ ਦੇ ਕੰਮ ਵੀ ਕਰਾਉਣੇ ਜੋ ਕਿ ਸਾਡੇ ਪਰਿਵਾਰਕ ਨੇ ਨਹੀਂ ਕੰਮ ਕਰਵਾਏ। ਖੰਨਾ ਤੋਂ ਵਿਪਨ ਭਾਰਦਵਾਜ, ਜਗਬਾਣੀ ਟੀਵੀ।